ਹੈਲੋ एवरीवन ਵੈਲਕਮ ਟੂ ਸਟਰੀ ਸ਼ੌਕਤ ਹਿਸਟਰੀ ਬਿਕਮਸ ਈਜ਼ੀਅਰ। ਤਾਂ ਆਪਾਂ ਪਹੁੰਚ ਚੁੱਕੇ ਹਾਂ ਜੀ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਦੀ ਆਫੀਸ਼ੀਅਲ ਵੈਬਸਾਈਟ ਤੇ ਇੱਥੇ ਆਪਾਂ ਤੁਹਾਨੂੰ ਅੱਜ ਗੱਲ ਕਰਨ ਵਾਲੇ ਹਾਂ ਜੀ ਈਟੀਟੀ ਦੇ ਉੱਤੇ ਲੱਗੇ ਹੋਏ ਕੇਸਿਸ ਬਾਰੇ। ਈਟੀਟੀ ਬੀਐਡ ਨੂੰ ਲੈ ਕੇ ਜਿੰਨੇ ਵੀ ਕੇਸ ਲੱਗੇ ਹੋਏ ਆ ਉਸਦੇ ਬਾਰੇ ਕਾਫੀ ਸਾਰੇ ਜਿਹੜੇ ਕੁਐਰੀਜ਼ ਹੈ ਉਹ ਆ ਰਹੀਆਂ ਸੀਗੀਆਂ ਕਿ ਮੈਮ ਕੀ 2364 ਤੇ ਦੁਬਾਰਾ ਕੇਸ ਲੱਗ ਚੁੱਕਿਆ ਹੈ, ਕੀ ਹੋਏਗਾ ਕਿ ਈਟੀਟੀ ਦੇ ਵਿੱਚ ਬੀਐਡ ਕੰਸੀਡਰ ਹੋਏਗੀ ਜਾਂ ਨਹੀਂ ਹੋਏਗੀ। ਜਿੰਨੇ ਵੀ ਕੁਐਸਚਨ ਤੁਹਾਡੇ ਮਾਈਂਡ ਦੇ ਵਿੱਚ ਆ ਉਹਨਾਂ ਸਾਰਿਆਂ ਦੀ ਜਿਹੜੀ ਆਪਾਂ ਜਿਹੜੀ ਆਨਸਰ ਹੈ ਉਹ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਦੇਖੋ 2364 ਦੀ ਭਰਤੀ ਉੱਤੇ ਮੇਨਲੀ ਜਿਹੜੀ ਆਪਾਂ ਗੱਲ ਕਰੀਏ ਤਾਂ ਦੋ ਕੇਸ ਲੱਗੇ ਹੋਏ ਸੀ ਜੀ। ਦੋ ਕੇਸ ਦੇ ਵਿੱਚੋਂ ਪਹਿਲਾ ਕੇਸ ਸੀਗਾ ਐਕਸਟਰਾ ਨੰਬਰ ਨੂੰ ਲੈ ਕੇ, ਜਿਹੜਾ ਕਿ ਦਲਜੀਤ ਕੌਰ ਵੱਲੋਂ ਲਗਾਇਆ ਗਿਆ ਸੀ। ਐਕਸਟਰਾ ਨੰਬਰ ਨੂੰ ਕੱਟਣ ਬਾਰੇ ਉਹ ਕੇਸ ਸੀਗਾ ਤੇ ਉਹਦੇ ਬਾਰੇ ਆਪਾਂ ਨੂੰ ਪਤਾ ਹੈ ਜੀ 3363 ਦਾ ਉਹ ਕੇਸ ਸੀ ਤੇ 3363 ਦੇ ਕੇਸ ਦਾ ਕਰੀਬਨ ਅਪਰੋਕਸ 10 ਕੁ ਮਹੀਨਿਆਂ ਮਗਰੋਂ 10-11 ਮਹੀਨੇ ਮਗਰੋਂ ਜਿਹੜਾ ਉਹਦਾ ਹੱਲ ਆਇਆ ਤੇ ਸੋਲਿਊਸ਼ਨ ਜਿਹੜਾ ਹੋ ਚੁੱਕਿਆ, ਉਸਦਾ ਫਾਈਨਲ ਆਰਡਰ ਵੀ ਆ ਚੁੱਕਿਆ ਪਰ ਹਲੇ ਪਬਲਿਕ ਨਹੀਂ ਕੀਤਾ ਗਿਆ। ਇੱਦਾਂ ਹੈ ਇਸ ਦੇ ਵਿੱਚ ਕਿਆਸ ਲਗਾਏ ਜਾ ਰਹੇ ਆ ਕਿ ਉਹ ਜਿਹੜੀ ਮਿਨੀ ਰੋਲ ਮੈਰਿਟ ਬੇਸ 'ਤੇ ਰਿਟਨ ਐਗਜ਼ਾਮੀਨੇਸ਼ਨ ਦੇ ਵਿੱਚ ਜੋ ਨੰਬਰ ਲਏ ਗਏ ਆ ਸਾਰੇ ਕੈਂਡੀਡੇਟਸ ਵੱਲੋਂ ਉਹਦੇ ਬੇਸ 'ਤੇ ਉਹ ਭਰਤੀ ਹੋਏਗੀ। ਬਟ ਹਲੇ ਕੋਈ ਵੀ ਆਫੀਸ਼ੀਅਲ ਆਰਡਰ ਨਹੀਂ ਆਇਆ। ਬਾਕੀ ਜਿਵੇਂ ਕੋਈ ਆਫੀਸ਼ੀਅਲ ਆਰਡਰ ਆਉਂਦਾ ਆਪਾਂ ਉਸ ਅਕੋਰਡਿੰਗ ਤੁਹਾਨੂੰ ਅਪਡੇਟ ਕਰਾਂਗੇ। ਲੇਕਿਨ ਇੰਨਾ ਹੈਗਾ ਕਿ ਜਿਹੜੀ ਉਹਦੀ ਸਟੇ ਹੈਗੀ ਆ ਉਹ ਟੁੱਟ ਚੁੱਕੀ ਹੈ, ਯਾਨੀ ਕਿ ਫਾਈਨਲ ਫੈਸਲਾ ਹੁਣ ਲੈ ਲਿੱਤਾ ਗਿਆ ਤੇ ਜ਼ਰੂਰ ਉਹਦੀ ਸਟੇ ਤੋੜ ਕੇ ਹੁਣ ਉਹਦੀ ਭਰਤੀ ਪੂਰੀ ਕੀਤੀ ਜਾਏਗੀ। ਇਹ ਤਾਂ ਹੋ ਗਿਆ ਜੀ ਪਹਿਲੇ ਕੇਸ ਦੀ ਗੱਲ, ਐਕਸਟਰਾ ਮਾਰਕਸ ਦੇ ਬਾਰੇ ਜਿਹੜਾ ਕੇਸ ਸੀਗਾ ਉਸ ਦੀ ਗੱਲ। ਹੁਣ 2364 ਦੇ ਉੱਤੇ ਲੱਗਿਆ ਹੋਇਆ ਸੀਗਾ ਜੀ ਦੂਸਰਾ ਕੇਸ। 2364 ਦਾ ਜਿਹੜਾ ਦੂਸਰਾ ਕੇਸ ਲੱਗਿਆ ਸੀ ਇਸ ਦੀ ਟਾਈਮ ਟੂ ਟਾਈਮ ਬਹੁਤ ਸਾਰੀ ਵੀਡੀਓਜ਼ ਆਪਣੇ ਚੈਨਲ 'ਤੇ ਵੀ ਪਾਈਆਂ ਹੋਈਆਂ ਨੇ। ਇਹ ਤਾਂ ਕੇਸ ਦਾ ਜਿਹੜਾ ਨੰਬਰ ਹੈਗਾ ਜੀ 22390। ਕਈਆਂ ਨੂੰ ਇਸ ਕੇਸ ਨੰਬਰ ਬਾਰੇ ਪਹਿਲਾਂ ਤੋਂ ਪਤਾ ਹੋਏਗਾ। 22390 ਇਹ ਮੇਨ ਕੇਸ ਹੈਗਾ ਜੀ। 22390 ਦੇ ਕੇਸ ਦੇ ਵਿੱਚ ਮੇਨ ਮੁੱਦਾ ਇਹ ਸੀਗਾ ਕਿ ਇਸ ਦੇ ਵਿੱਚ ਬੀਐਡ ਵਾਲੇ ਜਿਹੜੇ ਕੈਂਡੀਡੇਟਸ ਹੈਗੇ ਆ ਵੀ ਉਹਨਾਂ ਨੂੰ ਈਟੀਟੀ ਦੀ ਭਰਤੀ ਦੇ ਵਿੱਚੋਂ ਬਾਹਰ ਕੀਤਾ ਜਾਵੇ ਤੇ 2364 ਦੀ ਭਰਤੀ ਨਿਰੋਲ ਈਟੀਟੀ ਬੇਸ 'ਤੇ ਕੀਤੀ ਜਾਵੇ। ਇਹਦੇ ਵਿੱਚੋਂ ਬੀਐਡ ਵਾਲੇ ਜਿਹੜੇ ਕੈਂਡੀਡੇਟਸ ਆ ਇਵਨ ਇਹਦੇ ਵਿੱਚ ਵਲੰਟੀਅਰਸ ਵੀ ਗਏ ਜਾ ਰਹੇ ਸੀਗੇ। ਲੇਕਿਨ ਫਿਲਹਾਲ ਜਿਹੜਾ ਇਸ ਦੇ ਮੁੱਦਾ ਜਿਹੜਾ ਚੱਲ ਰਿਹਾ ਉਹ ਬੀਐਡ ਕੈਂਡੀਡੇਟਸ ਨੂੰ ਲੈ ਕੇ ਹੈ ਕਿ ਉਹਨਾਂ ਨੂੰ ਇਸ ਭਰਤੀ ਦੇ ਵਿੱਚੋਂ ਬਾਹਰ ਕੀਤਾ ਜਾਵੇ। ਤੇ ਪਲੱਸ ਹੁਣ ਇਹਦੇ ਵਿੱਚ ਜਿਹੜਾ ਹੈ ਇਸ ਕੇਸ ਦੀ ਜਿਹੜੀ ਡੇਟ ਹੈ ਉਹ ਕਾਫੀ ਅੱਗੇ ਪਹਿਲਾਂ ਪੈ ਗਈ ਸੀ। ਪਹਿਲਾਂ ਤਾਂ ਨਾਲ ਚੱਲ ਰਹੀ ਸੀ ਲੇਕਿਨ ਬਾਅਦ ਦੇ ਵਿੱਚ ਇਹਦੀ ਡੇਟ ਜਿਹੜੀ ਆ ਉਹ ਨਵੰਬਰ ਦੇ ਵਿੱਚ ਕਰ ਦਿੱਤੀ ਗਈ ਸੀ। ਤੁਸੀਂ ਦੇਖ ਸਕਦੇ ਹੋ ਮੇਨ ਕੇਸ ਦੀ ਡੇਟ ਹੈ ਜਿਹੜੀ ਉਹ 22 ਨਵੰਬਰ 2021 ਕਰ ਦਿੱਤੀ ਗਈ। ਇਸ ਕੇਸ ਤੋਂ ਜਿਹੜੀ ਹੈ ਇੱਕ ਤਰੀਕੇ ਨਾਲ ਪਹਿਲਾਂ ਜਿਹੜੀ ਹੈ ਯੂਨੀਅਨ ਉਹ ਜਿਹੜੀ ਹੈ ਸ਼ਾਂਤ ਹੋ ਗਈ ਸੀ ਜਾਂ ਆਪਾਂ ਕਹਿ ਲਈਏ ਇੱਕ ਸਟੈਪ ਪਿੱਛੇ ਹੋ ਗਈ ਸੀਗੀ ਕਿ ਉਹਨਾਂ ਨੇ ਕਹਿਤਾ ਸੀਗਾ ਕਿ ਚਲੋ 2364 ਦੀ ਭਰਤੀ ਜਿਹੜੀ ਹੈ ਉਹ ਕਰ ਲਵੋ ਤੇ ਸਾਨੂੰ ਸਾਡੀਆਂ ਈਟੀਟੀ ਦੀਆਂ ਪੋਸਟਾਂ ਦੇ ਦੇਵੋ। ਉਹ ਜਿਹੜੀਆਂ ਨਵੀਆਂ ਪੋਸਟਾਂ ਆਉਣਗੀਆਂ 6635 ਦੀਆਂ ਨਵੀਆਂ ਪੋਸਟਾਂ ਉਹ ਸਾਨੂੰ ਜਿਹੜੀਆਂ ਨਿਰੋਲ ਈਟੀਟੀ ਦੇ ਬੇਸ 'ਤੇ ਕੀਤੀ ਜਾਵੇ। ਐਜੂਕੇਸ਼ਨ ਮਿਨਿਸਟਰ ਨਾਲ ਜਿਹੜੇ ਮੀਟਿੰਗਸ ਵੀ ਹੋਈਆਂ, ਮੀਟਿੰਗਸ ਦੇ ਵਿੱਚ ਵੀ ਐਜੂਕੇਸ਼ਨ ਮਿਨਿਸਟਰ ਨੇ ਇਹੀ ਕਿਹਾ ਸੀਗਾ ਕਿ ਤੁਸੀਂ 2364 ਭਰਤੀ ਨੂੰ ਪੂਰਾ ਹੋ ਲੈਣ ਦਿਓ ਤੇ ਨਵੀਆਂ ਪੋਸਟਾਂ ਜਿਹੜੀਆਂ ਮੈਂ ਈਟੀਟੀ ਦੀਆਂ ਹੋਰ ਲੈ ਕੇ ਆਊਂਗਾ ਉਹਦੇ ਵਿੱਚ ਆਪਾਂ ਨਵਾਂ ਰੂਲ ਬਣਾ ਦਿੱਤਾ ਕਿ ਉਹ ਜਿਹੜੀ ਪੋਸਟ ਹੈ ਉਹ ਨਿਰੋਲ ਈਟੀਟੀ ਬੇਸ 'ਤੇ ਕਰ ਦਿੱਤੀ ਜਾਵੇ। ਇਸ ਗੱਲ ਨੂੰ ਲੈ ਕੇ ਜਿਹੜੀ ਯੂਨੀਅਨ ਦਾ ਉਹ ਸਮਝੌਤਾ ਹੋ ਗਿਆ ਸੀਗਾ ਕਿ ਚਲੋ ਸਾਡਾ ਨਵਾਂ ਰੂਲ ਬਣਾ ਦਿੱਤਾ ਗਿਆ ਤੇ ਸਾਡੀਆਂ ਜਿਹੜੀਆਂ ਨਵੀਆਂ ਪੋਸਟਾਂ ਆਉਣਗੀਆਂ ਉਹਦੇ ਵਿੱਚ ਨਿਰੋਲ ਈਟੀਟੀ ਕਰ ਦਿੱਤੀ ਜਾਵੇ ਤੇ 2364 ਜਿਵੇਂ ਹੈ ਉਸ ਨੂੰ ਪੂਰੀ ਕਰ ਦਿੱਤਾ ਜਾਵੇ। ਉਹਦੇ ਵਿੱਚ ਓਲਡ ਰੂਲਸ ਦੇ ਮੁਤਾਬਿਕ ਉਹਦੇ ਵਿੱਚ ਜਿਹੜੀ ਵੀ ਬੀਐਡ ਹੈ ਉਸ ਨੂੰ ਅਲੋ ਕਰ ਦਿੱਤਾ ਜਾਵੇ ਤੇ ਉਸ ਦੇ ਵਿੱਚੋਂ ਇੱਕ ਸਟੈਪ ਪਿੱਛੇ ਹੋ ਗਈ ਸੀ। ਨਵੀਆਂ ਪੋਸਟਾਂ ਤੇ ਉਹਨਾਂ ਨੂੰ ਜਿਹੜੀਆਂ ਨਵੀਆਂ ਪੋਸਟਾਂ ਦਿੱਤੀਆਂ ਗਈਆਂ ਉਹ ਟੋਟਲੀ ਨਿਰੋਲ ਈਟੀਟੀ ਬੇਸ 'ਤੇ ਸੀਗੀਆਂ ਤੇ ਉਹਦੇ ਲਈ ਪਹਿਲਾਂ ਰੂਲਸ ਦੇ ਵਿੱਚ ਵੀ ਅਮੈਂਡਮੈਂਟ ਕੀਤੀ ਗਈ ਤੇ ਫਿਰ ਉਹ ਪੋਸਟਾਂ ਆਊਟ ਕੀਤੀਆਂ ਗਈਆਂ। ਲੇਕਿਨ ਹੁਣ ਜਦੋਂ 6635 ਦੀ ਪੋਸਟਾਂ ਦੇ ਵਿੱਚ ਬੀਐਡ ਵਾਲੇ ਕੈਂਡੀਡੇਟਸ ਨੇ ਵੀ ਜਿਹੜਾ ਦੁਬਾਰਾ ਤੋਂ ਕੇਸ ਲਗਾ ਦਿੱਤਾ ਕਿ 6635 ਦੇ ਵਿੱਚ ਵੀ ਬੀਐਡ ਵਾਲੇ ਕੈਂਡੀਡੇਟਸ ਨੂੰ ਅਲੋ ਕੀਤਾ ਜਾਵੇ ਤਾਂ ਫਿਰ ਜਿਹੜੀ ਯੂਨੀਅਨ ਹੈ ਜੀ ਹੁਣ ਉਹ ਕਹਿ ਰਹੀ ਹੈ ਕਿ 6635 ਜਿਹੜੇ ਕਿ ਰੂਲਸ ਅਮੈਂਡਮੈਂਟ ਕਰ ਦਿੱਤੇ ਗਏ ਹਨ ਜਿਹਦੇ ਵਿੱਚ ਹੁਣ ਉਹਨਾਂ ਦਾ ਬਣਦਾ ਹੀ ਨਹੀਂ ਕਿ ਬੀਐਡ ਵਾਲੇ ਕੈਂਡੀਡੇਟਸ ਅਲੋ ਹੋਣਗੇ। ਤਾਂ ਉਹਦੇ ਵਿੱਚ ਅਗਰ ਬੀਐਡ ਵਾਲੇ ਕੈਂਡੀਡੇਟਸ ਕੇਸ ਲਗਾਉਂਦੇ ਔਰ 6635 ਦੀ ਜਿਹੜੀ ਭਰਤੀ ਉਹਨੂੰ ਲਟਕਾਉਂਦੇ ਨੇ ਤਾਂ ਫਿਰ ਹੁਣ ਜਿਹੜੀ ਹੈ ਫਿਰ ਉਹ ਜਿਹੜਾ ਹੁਣ ਉਹਨਾਂ ਨੇ ਕਿਹਾ ਕਿ ਜਿਹੜਾ ਕੇਸ ਆਲਰੇਡੀ ਲੱਗਿਆ ਹੋਇਆ ਸੀ 22390 ਜਿਹਦੇ ਵਿੱਚ ਉਹਨਾਂ ਨੇ ਇੱਕ ਸਟੈਪ ਪਿੱਛੇ ਲੈ ਲਿਆ ਸੀਗਾ ਕਿ ਚਲੋ ਇਹ ਭਰਤੀ ਹੋ ਜਾਣ ਦਿਓ, ਤਾਂ ਉਹਨਾਂ ਨੇ ਕਿਹਾ ਤਾਂ ਇੱਕ ਤਰੀਕੇ ਨਾਲ ਉਹਨਾਂ ਨੇ ਇਸ ਕੇਸ ਦੀ ਜਿਹੜੀ ਹੈ ਹੁਣ ਸੁਣਵਾਈ ਦੇ ਵਿੱਚ ਉਹ ਕਹਿ ਰਹੇ ਕਿ 2364 ਦੇ ਵਿੱਚੋਂ ਵੀ ਬੀਐਡ ਵਾਲੇ ਕੈਂਡੀਡੇਟਸ ਜਿਹੜੇ ਆ ਉਹ ਬਾਹਰ ਕੀਤੇ ਜਾਣ ਕਿਉਂਕਿ ਇਹ ਭਰਤੀ ਵੀ ਨਿਰੋਲ ਈਟੀਟੀ ਬੇਸ 'ਤੇ ਕੀਤੀ ਜਾਵੇ। ਇੱਕ ਤਰੀਕੇ ਨਾਲ ਇਹ ਹੈਗਾ ਕਿ ਯੂਨੀਅਨ ਜਿਹੜੀ ਆ ਉਹ 6635 ਦੇ ਵਿੱਚ ਨਿਰੋਲ ਈਟੀਟੀ ਨਾਲ ਜਿਹੜੀ ਆ ਸੰਤੁਸ਼ਟ ਹੋ ਗਈ ਸੀ ਵੀ ਠੀਕ ਹੈ ਸਾਡੇ ਲਈ ਨਵੀਂ ਪੋਸਟਾਂ ਨਵੇਂ ਰੂਲਸ ਆ ਚੁੱਕੇ ਨੇ, ਪਰ ਕਿਉਂਕਿ ਉਸ 'ਤੇ ਬੀਐਡ ਨੇ ਜਿਹੜੀਆਂ ਪੋਸਟਾਂ 'ਤੇ ਕੇਸ ਲਗਾ ਦਿੱਤਾ ਹੈ ਤਾਂ ਉਹਦੇ ਕਰਕੇ ਫਿਰ ਹੁਣ ਜਿਹੜੀ ਹੈ ਯੂਨੀਅਨ ਉਹ ਇਹ ਕਹਿ ਰਹੀ ਹੈ ਕਿ ਫਿਰ ਅਸੀਂ ਤੁਹਾਨੂੰ ਹੁਣ 2364 ਦੇ ਵਿੱਚੋਂ ਵੀ ਬਾਹਰ ਕੱਢਾਂਗੇ ਕਿਉਂਕਿ 2364 ਵੀ ਨਿਰੋਲ ਬੇਸਿਸ ਈਟੀਟੀ ਬੇਸ 'ਤੇ ਕਰਵਾਈ ਜਾਏਗੀ। ਅਤੇ ਇਹ ਸਾਰਾ ਜਿਹੜਾ ਹੈ ਸੀਨਰੀ ਹੈ ਪੂਰੀ ਲੜਾਈ ਦੀ ਜਾਂ ਆਪਾਂ ਕਹਿ ਲਈਏ ਕੇਸਿਸ ਦੀ, ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਇਹ ਜਿਹੜਾ ਮੇਨ ਕੇਸ ਸੀਗਾ ਜਿਹਦੀ ਨੈਕਸਟ ਡੇਟ 22 ਨਵੰਬਰ ਸੀ, ਇਹਦੇ ਵਿੱਚ ਹੀ ਇੱਕ ਅਟੈਚਡ ਕੇਸ ਹੈਗਾ ਤੇ ਤੁਸੀਂ ਉਰੇ ਉਹ ਅਟੈਚ ਕੇਸ ਦੇਖ ਸਕਦੇ ਹੋ। ਤੇ ਇਸ ਕੇਸ 'ਤੇ ਜਦੋਂ ਆਪਾਂ ਕਲਿੱਕ ਕਰਦੇ ਹਾਂ ਇਹ ਰਿਹਾ ਉਹ ਕੇਸ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ੈਲਿੰਦਰ ਕੁਮਾਰ ਐਂਡ ਅਦਰਸ ਵਰਸਿਸ ਸਟੇਟ ਆਫ ਪੰਜਾਬ ਐਂਡ ਅਦਰਸ ਦਾ ਇਹ ਕੇਸ ਹੈ। ਐਡਵੋਕੇਟ ਨੇਮ ਇਹਦੇ ਵਿੱਚ ਹੈ ਹਰ ਅਵਤਾਰ ਸਿੰਘ ਸੈਣੀ ਤੇ ਇਹਦੀ ਜਿਹੜੀ ਤੁਸੀਂ ਦੇਖ ਸਕਦੇ ਹੋ 15 ਸਤੰਬਰ ਨੂੰ ਇੱਕ ਸੁਣਵਾਈ ਹੋਈ ਹੈ ਅਰਜੈਂਟ ਬੇਸਿਸ ਤੇ ਉਹਦਾ ਆਰਡਰ ਵੀ ਹੈ, ਆਪਾਂ ਤੁਹਾਨੂੰ ਆਰਡਰ ਵੀ ਸ਼ੋ ਕਰਦੇ ਹਾਂ ਤੇ ਨੈਕਸਟ ਸੁਣਵਾਈ ਇਹਦੀ 17 ਸਤੰਬਰ ਰੱਖੀ ਗਈ ਹੈ ਤੇ ਆਰਡਰ ਆਪਾਂ ਤੁਹਾਨੂੰ ਸ਼ੋ ਕਰਦੇ ਹਾਂ। ਸਾਹਮਣੇ ਜਿਹੜਾ ਆਰਡਰ ਓਪਨ ਹੋ ਚੁੱਕਿਆ ਜੋ 15 ਸਤੰਬਰ ਨੂੰ ਸੁਣਵਾਈ ਹੋਈ ਆ ਉਹਦੇ ਵਿੱਚ ਇਹ ਆਰਡਰ ਜਿਹੜਾ ਦਿੱਤਾ ਗਿਆ ਇੰਟੈਰਿਮ ਆਰਡਰ ਜਾਰੀ ਕੀਤਾ ਗਿਆ। ਹਾਂਜੀ, ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਪਲੀਕੇਸ਼ਨ ਲਗਾਈ ਗਈ ਹੈ, ਐਪਲੀਕੇਸ਼ਨ ਫॉर ਰੈਸਟ੍ਰੇਨਿੰਗ ਦੀ ਰਿਸਪੋਂਡੈਂਟਸ
from finalizing the selection process of 2364 post of ETT teachers and making appointments, especially amongst the B.Ed qualified candidates during the pendency of writ petition, ਵਿੱਚ ਲਿਖਿਆ ਗਿਆ ਕਿ ਐਪਲੀਕੇਸ਼ਨ ਲਗਾਈ ਗਈ ਹੈ ਕਿ ਜਦੋਂ ਤੱਕ ਰਿਟ ਪਟੀਸ਼ਨ ਯਾਨੀ ਕਿ ਕੇਸ ਚੱਲ ਰਿਹਾ ਜੀ ਤਦ ਤੱਕ B.Ed ਨੂੰ ਇਨਕਲੂਡ ਕਰਕੇ ਜਿਹੜੇ ਫਾਈਨਲ ਪ੍ਰੋਸੈਸ ਹੋਣਾ ਹੈ ਯਾਨੀ ਕਿ ਫਾਈਨਲ ਸਿਲੈਕਸ਼ਨ ਹੋਣੀ ਹੈ 2364 ਦੀ ਉਹ ਰਿਸਟ੍ਰੇਨ ਕਰਨ ਦੀ ਮੰਗ ਜਿਹੜੀ ਕੀਤੀ ਗਈ ਹੈ ਉਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਸੋ ਇਸ ਦੀ ਜਿਹੜੀ ਐਪਲੀਕੇਸ਼ਨ ਹੈ ਉਹ ਲਰਨ ਕੌਂਸਲ ਨੇ ਜਿਹੜੇ ਰਿਸਪੋਂਡੈਂਟ ਨੂੰ ਯਾਨੀ ਕਿ ਸਰਕਾਰ ਨੂੰ ਦੇ ਦਿੱਤਾ ਗਿਆ ਤੇ ਉਹਨਾਂ ਨੇ ਜਿਹੜਾ ਜਵਾਬ ਦੇਣ ਲਈ टाइम जो मंगे 6 टाइम टू अप्रेज द कोर्ट अबाउट द टोटल नंबर ऑफ पेंडिंग केसेज अराइजिंग आउट ऑफ द एडवर्टीजमेंट। सो इसके रिगार्डिंग उन्होंने टाइम दिता जी। तो इसके लिए जी एप्लीकेशन लगाई गई है वो ये लगाई गई है कि B.Ed कैंडीडेट्स को इंक्लूड करके जो सिलेक्शन प्रोसैस फाइनलाइज होना है उस पर एक बार जब तक कोर्ट केस का फैसला नहीं आ जाता तब तक उस पर रोक लगाने की मंग की गई है। इसकी नैक्सट डेट जी 17 सितंबर जी वो आउट कर दी गई है। तो ये सीगा जी पूरा सिनेरियो कि हुण तक किहड़ा केस लग्या होया सी 22/390 का ही वो केस सी पुराना जिस दे विच अटैचड केस दे विच एक जवाब दिंदे होए 6635 ने जिथे कि वो पहला ये कह दिता गया सी एक तरीके नाल इनडायरैक्टली उसदे जिहड़ा ये सीगा 364 भर्ती जिहड़ी आ वो जिवें हो रही सी उवें हो लैन दिंदे आ ते नवीं जिहड़ी भर्तियां उन्हां दी आउणीਆਂ ने ਉਹ ਜਿਹੜੀਆਂ ਨੇ ਉਹ ਨਿਰੋਲ ETT ਬੇਸ ਤੇ ਕਰ ਦਿੱਤੀਆਂ ਜਾਣ। ਸਰਕਾਰ ਦੇ ਵਿੱਚ ਉਹਨਾਂ ਦਾ ਸਮਝੌਤਾ ਵੀ ਹੋਇਆ, ਨਵਾਂ ਰੂਲ ਬਣਾਇਆ ਗਿਆ, ਨਵੀਆਂ ਪੋਸਟਾਂ ਆਈਆਂ, ਨਿਰੋਲ ETT ਬੇਸਿਸ ਤੇ ਆਈਆਂ। ਲੇਕਿਨ ਜਦੋਂ 6635 ਦੇ ਵਿੱਚ B.Ed ਵਾਲਿਆਂ ਨੇ ਦੁਬਾਰਾ ਕੇਸ ਲਗਾ ਦਿੱਤਾ ਕਿ ਇਸ ਦੇ ਵਿੱਚ ਸਾਨੂੰ ਅਲੋ ਕੀਤਾ ਜਾਵੇ ਜਦੋਂ ਕਿ ਰੂਲਸ ਜਿਹੜੇ ਅਮੈਂਡਮੈਂਟ ਹੋ ਚੁੱਕੇ ਆ, ਨਵੇਂ ਰੂਲਸ ਬਣ ਚੁੱਕੇ ਔਰ ਭਰਤੀ ਨਵੇਂ ਰੂਲਸ ਦੇ ਅਕੋਰਡਿੰਗ ਹੋਏਗੀ, ਤਾਂ ਫਿਰ ਉਹਨਾਂ ਨੇ ਫਿਰ ਕਿਹਾ ਕਿ ਹੁਣ ਇਸ ਜਿਹੜਾ ਕੇਸ ਹੈਗਾ ਇਹਦੇ ਕੇਸ ਦੇ ਵਿੱਚ ਵੀ ਜਵਾਬ ਦਿੱਤਾ ਜਾਵੇ ਤੇ ਇਸ ਕੇਸ ਦੇ ਵਿੱਚ ਫਿਰ ਉਹਨਾਂ ਨੇ ਜਵਾਬ ਦੇ ਤੌਰ ਤੇ 2364 ਨਿਰੋਲ ETT ਦੇ ਬੇਸ ਤੇ ਕਰਨ ਦਾ ਮੰਗ ਕੀਤੀ ਹੈ। ਤੇ ਇਹ ਪੂਰਾ ਕੇਸ ਹੈ। ਇਸ ਦੇ ਆ ਜਾਂਦਾ ਜੀ ਪਰਸਨਲ ਓਪੀਨੀਅਨ ਦੀ ਗੱਲ ਕਿ ਕੇਸਾਂ ਦੇ ਹੱਲ ਕਿਵੇਂ ਹੋਣਗੇ, ਭਰਤੀਆਂ ਪੂਰੀਆਂ ਕਿਵੇਂ ਹੋਣਗੀਆਂ। ਤਾਂ ਗੱਲ ਇਹ ਹੈਗੀ ਹੈ ਜੀ, ਦੇਖੋ ਕੋਰਟ ਕੇਸ ਦੇ ਵਿੱਚ ਕਿਸੇ ਦਾ ਹੱਲ ਨਹੀਂ ਹੈ, ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ। ਕੋਈ ਮਰਜ਼ੀ ਲਗਾ ਲਓ, ਚਾਹੇ ETT ਵਾਲੇ ਜਾ ਕੇ ਲਗਾ ਲਓ ਜਾਂ ਫਿਰ ਚਾਹੇ B.Ed ਵਾਲੇ ਜਾ ਕੇ ਲਗਾ ਲਓ, ਕੇਸਾਂ 'ਚ ਹੱਲ ਕਿਸੇ ਨੂੰ ਨਹੀਂ ਮਿਲਣਾ, ਨਾ ETT ਵਾਲਿਆਂ ਨੂੰ ਮਿਲਣਾ ਨਾ B.Ed ਵਾਲਿਆਂ ਨੂੰ ਮਿਲਣਾ। ਤੁਸੀਂ ਪਹਿਲਾਂ ਹੀ ਦੇਖਿਆ ਇਹ ਉਹ ਦੋ ਕੇਸ ਹੈ ਜਦੋਂ ਸਟਾਰਟਿੰਗ ਤੋਂ ਲੱਗੇ ਹੋਏ ਆ, ਮਾਰਚ ਤੋਂ ਲੈ ਕੇ ਕੇਸ ਜਿਹੜੇ ਪਹਿਲਾਂ ਤੋਂ ਲੱਗੇ ਹੋਏ ਨੇ ਤੇ ਉਦੋਂ ਤੋਂ ਲੈ ਕੇ ਹੁਣ ਤੱਕ 2364 ਸਟੇ ਵਾਲਾ ਕੇਸ ਸੀਗਾ ਜੀ ਉਹਦਾ ਜਾ ਕੇ ਹੁਣ ਫੈਸਲਾ ਹੋਇਆ, ਹਲੇ ਵੀ ਉਹ ਪਬਲਿਕ ਆਊਟ ਨਹੀਂ ਕੀਤਾ ਗਿਆ ਤੇ ਇਹ ਵਾਲੇ ਕੇਸ ਦਾ ਤਾਂ ਹਲੇ ਫੈਸਲਾ ਹੋਇਆ ਹੀ ਨਹੀਂ, ਕਾਫੀ ਲਟਕਿਆ ਹੋਇਆ। ਤਾਂ ਕੇਸਾਂ ਦੇ ਵਿੱਚ ਕਿਸੇ ਨੂੰ ਵੀ ਕੁਛ ਨਹੀਂ ਮਿਲਣਾ, ਨਾ ਹੀ B.Ed ਨੂੰ ਕੁਛ ਮਿਲਣਾ, ਨਾ ਹੀ ETT ਨੂੰ ਕੁਛ ਮਿਲਣਾ। ਸੋ ਬੈਟਰ ਇਹ ਹੈ ਕਿ ਆਪਾਂ ਨੂੰ ਪਤਾ ਹੈ B.Ed ਟੈਟ ਪਾਸ ਯੂਨੀਅਨ ਜਿਹੜੀ ਹੈਗੀ ਹੈ ਉਹ ਸੰਘਰਸ਼ ਕਰ ਰਹੀ ਹੈ B.Ed ਦੀਆਂ ਪੋਸਟਾਂ ਵਾਸਤੇ। ਉੱਥੇ ਇੱਕ ਜੋ ਕੈਂਡੀਡੇਟ ਹੈ ਉਹ ਟੈਂਕੀ 'ਤੇ ਵੀ ਚੜ੍ਹ ਕੇ ਆਪਣਾ ਸੰਘਰਸ਼ ਕਰਿਆ, ਕਿੰਨੇ ਦਿਨ ਹੋ ਗਏ ਉਹਨਾਂ ਨੂੰ ਉੱਥੇ ਬੈਠੇ ਹੋਏ, ਲੇਕਿਨ ਉੱਥੇ ਜਿਹੜਾ ਉਹਨਾਂ ਦਾ ਸਾਥ ਦੇਣ ਲਈ ਉਹਨੇ ਵੱਧ ਤੋਂ ਵੱਧ ਕੈਂਡੀਡੇਟਸ B.Ed ਦੇ ਉੱਥੇ ਪਹੁੰਚਣੇ ਚਾਹੀਦੇ ਸੀ, ਉਹਨਾਂ ਦਾ ਸਾਥ ਦੇਣ ਲਈ B.Ed ਦੀਆਂ ਪੋਸਟਾਂ ਆਊਟ ਕਰਵਾਉਣ ਲਈ ਉਹਨੇ ਕੈਂਡੀਡੇਟਸ ਉੱਥੇ ਨਹੀਂ ਪਹੁੰਚੇ, ਉਸ ਸਾਥੀ ਦਾ ਸਾਥ ਨਹੀਂ ਦਿੱਤਾ ਜਾ ਰਿਹਾ। ਤੇ ਫਿਰ ਦੱਸੋ ਉਹ ਕਿਸ ਦੇ ਲਈ ਉੱਪਰ ਬੈਠਾ ਹੈ? ਇਕੱਲੇ ਆਪਣੇ ਲਈ ਤਾਂ ਉੱਪਰ ਨਹੀਂ ਬੈਠਾ ਨਾ, ਉਹ ਸਾਰੀਆਂ ਪੋਸਟਾਂ ਕਢਵਾਉਣ ਲਈ ਉੱਪਰ ਬੈਠਾ ਹੈ। ਦੂਸਰੀ ਗੱਲ ਇਹ ਆ ਜਾਂਦੀ ਹੈ ਕਿ B.Ed ਵਾਲੇ ਕੈਂਡੀਡੇਟਸ ਨੂੰ ਕੀ B.Ed ਦੀ ਪੋਸਟਾਂ ਨਹੀਂ ਚਾਹੀਦੀਆਂ, ਕਿ ਉਹਨਾਂ ਨੂੰ ਸਿਰਫ ETT ਦੀਆਂ ਪੋਸਟਾਂ ਚਾਹੀਦੀਆਂ ਨੇ? ਕੱਲ੍ਹ ਨੂੰ ਜੋ ਕਿ B.Ed ਦੀ ਪੋਸਟਾਂ ਆਊਟ ਹੋਣੀਆਂ ਹੀ ਨੇ, ਇਹ ਪੱਕਾ ਹੀ ਨੇ, ਲੇਕਿਨ ਗੱਲ ਇਹ ਕਿ ਵੱਧ ਤੋਂ ਵੱਧ ਪੋਸਟਾਂ ਆਊਟ ਹੋਣ ਤਾਂ ਕਿ ਸਾਰੇ ਹੀ ਕੈਂਡੀਡੇਟਸ ਉਹਦੇ ਵਿੱਚ ਲੱਗ ਸਕਣ। ਅਤੇ ਕੱਲ੍ਹ ਨੂੰ ਜਦੋਂ B.Ed ਦੀ ਪੋਸਟਾਂ ਆਉਂਦੀਆਂ ਨੇ ਕੀ B.Ed ਵਾਲੇ ਫਿਰ ਕੈਂਡੀਡੇਟਸ ਉਹਦੇ ਵਿੱਚ ਨਹੀਂ ਜਾਣਗੇ, ਕਿ ਉਹ ETT ਦੀ ਪੋਸਟ ਨਹੀਂ ਛੱਡਣਗੇ, ਕਿ ਉਹ ETT 'ਤੇ ਹੀ ਰਹਿਣਗੇ? ਨਹੀਂ ਨਾ, ਉਹਨਾਂ ਨੂੰ B.Ed ਦੀਆਂ ਪੋਸਟਾਂ ਹੀ ਚਾਹੀਦੀਆਂ ਨੇ। B.Ed ਵਾਲੇ ਕੈਂਡੀਡੇਟਸ ਨੂੰ ਆਪਣੇ ਉਸ ਸਾਥੀ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਜਿਹੜੀਆਂ ਆਉਣ ਵਾਲੀਆਂ B.Ed ਦੀਆਂ ਪੋਸਟਾਂ ਨੇ ਉਹ ਇੰਨੀਆਂ ਜ਼ਿਆਦਾ ਆਉਣ ਤਾਂ ਕਿ ਸਾਰੇ ਹੀ ਕੈਂਡੀਡੇਟਸ ਉਹਦੇ ਵਿੱਚ ਲੱਗ ਸਕਣ। ਯੂਨੀਅਨ ਦੀ ਮੰਗ ਜਿਹੜੀ ਹੈ 3 ਸਬਜੈਕਟਾਂ ਦੇ ਲਈ, ਪੰਜਾਬੀ, ਹਿੰਦੀ, SS ਦੇ ਲਈ 9 ਤੋਂ 10,000 ਤੱਕ ਦੀ ਜਿਹੜੀ ਪੋਸਟਾਂ ਦੀ ਮੰਗ ਚੱਲ ਰਹੀ ਹੈ। ਬਾਕੀ ਜਿਹੜੇ ਮੈਥ ਸਾਇੰਸ ਦੇ ਜਨਰਲ ਕੈਟੇਗਰੀ ਵਾਲੇ ਕੈਂਡੀਡੇਟਸ ਨੇ ਉਹ ਵੀ ਜ਼ਰੂਰ ਉੱਥੇ ਪਹੁੰਚਣ ਤਾਂ ਕਿ ਉਹਦੀਆਂ ਪੋਸਟਾਂ ਵੀ ਆਊਟ ਕਰਵਾਈਆਂ ਜਾ ਸਕਣ। ਬਾਕੀ ਹੋਰ ਜਿਹੜੇ ਸਬਜੈਕਟਸ ਨੇ ਉਹ ਵਾਲੇ ਕੈਂਡੀਡੇਟਸ ਵੀ ਉੱਥੇ ਪਹੁੰਚਣ ਤਾਂ ਕਿ ਵੱਧ ਤੋਂ ਵੱਧ ਸਾਰੇ ਸਬਜੈਕਟਾਂ ਦੀਆਂ ਪੋਸਟਾਂ ਆਊਟ ਕਰਵਾਈਆਂ ਜਾਣ। ਸੋ ਉਹ ਕੰਮ ਕਰੋ ਜਿਹਦੇ ਵਿੱਚ ਸਭ ਨੂੰ ਫਲ ਮਿਲੇ, ਛੇਤੀ ਮਿਲੇ ਅਤੇ ਜ਼ਰੂਰ ਮਿਲੇ, ਨਾ ਕਿ ਉਹ ਕੰਮ ਕਰੀਏ ਜਿਹਦੇ ਵਿੱਚ ਕਿਸੇ ਦੇ ਹੱਥ ਕੁਛ ਨਾ ਲੱਗੇ। ਨਾ ਤਾਂ 6635 ਅਗਰ B.Ed ਵਾਲੇ ਕੈਂਡੀਡੇਟਸ ਇਸੇ ਤਰ੍ਹਾਂ ਕੇਸਾਂ 'ਤੇ ਅੜੇ ਰਹਿਣਗੇ, ਨਾ ਤਾਂ 6635 ਪੂਰੀ ਹੋਣੀ ਹੈ, ਨਾ ਹੀ ਉਹਨਾਂ ਨੇ 2364 ਪੂਰੀ ਹੋਣ ਦੇਣੀ ਹੈ ਅਤੇ ਨਾ ਹੀ B.Ed ਦੀਆਂ ਪੋਸਟਾਂ ਆਉਣੀਆਂ ਨੇ। ਤਾਂ ਕਿਸੇ ਦੇ ਹੱਥ ਕੁਛ ਨਹੀਂ ਲੱਗਣਾ। ਬੈਟਰ ਹੈ ਕਿ ਆਪਾਂ ਉਹ ਕੰਮ ਕਰੀਏ ਜਿਹਦੇ ਨਾਲ ਸਭ ਨੂੰ ਸਭ ਕੁਛ ਮਿਲੇ ਔਰ ਆਪਣਾ ਬਣਦਾ ਹੱਕ ਮਿਲੇ। B.Ed ਨੂੰ B.Ed ਦੀਆਂ ਪੋਸਟਾਂ ਮਿਲਣ, ETT ਨੂੰ ETT ਦੀਆਂ ਪੋਸਟਾਂ ਮਿਲਣ, ਭਰਤੀ ਜਿਹੜੀਆਂ ਲਮਕੀਆਂ ਹੋਈਆਂ ਨੇ ਉਹ ਛੇਤੀ ਪੂਰੀਆਂ ਹੋਣ ਤਾਂ ਕਿ ਚੋਣ ਜ਼ਾਬਤੇ ਤੋਂ ਪਹਿਲਾਂ ਸਾਰਿਆਂ ਨੂੰ ਜਿਹੜੀਆਂ ਪੋਸਟਾਂ ਉਹ ਮਿਲ ਜਾਣ ਅਤੇ ਜਲਦੀ ਤੋਂ ਜਲਦੀ ਪੂਰੀਆਂ ਹੋ ਵੀ ਜਾਣ। ਹੁਣ ਤੁਸੀਂ ਦੇਖ ਹੀ ਸਕਦੇ ਹੋ 3704 B.Ed ਦੀਆਂ ਜਿਹੜੀਆਂ ਪੋਸਟਾਂ ਆਈਆਂ ਸੀ, ਉਸ ਤੋਂ ਬਾਅਦ 2392 ਪੋਸਟਾਂ ਆਈਆਂ ਸੀ, ਉਸ ਤੋਂ ਬਾਅਦ ਲੈਕਚਰਰ ਦੀਆਂ 352 + 191 ਪੋਸਟਾਂ ਆਈਆਂ ਸੀ। ਕਿੰਨੀ ਜਲਦੀ ਉਹ ਭਰਤੀ ਜਿਹੜੀ ਸਰਕਾਰ ਨੇ ਪੂਰੀਆਂ ਕਰ ਦਿੱਤੀਆਂ ਅਤੇ ਉਹ ਕੈਂਡੀਡੇਟ ਜਿਹੜੇ ਆ ਹੁਣ ਉਹ ਕਿੱਦਣ ਦੀ ਆਪਣੀ ਪੋਸਟਾਂ 'ਤੇ ਲੱਗੇ ਹੋਏ ਨੇ। ਸੋ ਬੈਟਰ ਹੈ ਕਿ ਆਪਾਂ ਉਹ ਕੰਮ ਕਰੀਏ ਜਿਹਦੇ ਵਿੱਚ ਸਭ ਨੂੰ ਸਭ ਕੁਛ ਮਿਲੇ, ਨਾ ਕਿ ਉਹ ਕੰਮ ਕਰੀਏ ਜਿਸ 'ਚ ਕਿਸੇ ਨੂੰ ਕੁਛ ਵੀ ਨਾ ਮਿਲੇ। ਇਹੀ ਜਿਹੜਾ ਇਸਦਾ ਸਹੀ ਹੱਲ ਹੈ ਕਿ ਆਪਣੇ ਆਪਣੇ ਕਾਡਰ ਦੇ ਵਿੱਚ ਸਭ ਨੂੰ ਪੋਸਟ ਮਿਲਣੀ ਚਾਹੀਦੀ ਹੈ, ਆਪਣੇ ਆਪਣੇ ਕਾਡਰ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਰਹੀ ਗੱਲ B.Ed ਦੇ ਕੈਂਡੀਡੇਟਸ ਦੀ ਸੰਘਰਸ਼ ਦੀ, ਤਾਂ ਦੇਖੋ ਅਗਰ ਉਹ ਕੋਰਟ ਕੇਸ ਲਗਾਉਂਦੇ ਵੀ ਨੇ ਤਾਂ ਇਹ ਤਾਂ ਹੈ ਨਹੀਂ ਕਿ ਅੱਜ ਉਹਨਾਂ ਨੇ ਕੋਰਟ ਕੇਸ ਲਗਾਇਆ ਕੱਲ੍ਹ ਉਹਨਾਂ ਨੂੰ ਹੱਲ ਮਿਲ ਜਾਣਾ ਜਾਂ ਪਰਸੋਂ ਹੱਲ ਮਿਲ ਜਾਣਾ। ਸੰਘਰਸ਼ ਤਾਂ ਉਹਨਾਂ ਦਾ ਚੱਲਣਾ ਹੈ, ਚਾਹੇ ਉਹ ਕੋਰਟ ਕੇਸ ਦੇ ਵਿੱਚ 10-10, 12-12 ਮਹੀਨੇ ਖਤਮ ਕਰ ਦੇਣ ਆਪਣੇ, ਕਿਉਂਕਿ ਕੋਰਟ ਕੇਸ ਮਿਨੀਮਮ ਇੰਨੇ ਟਾਈਮ ਤਾਂ ਚੱਲਦਾ ਹੀ ਹੈ। ਪਹਿਲਾਂ ਹੀ ਆਪਾਂ ਦੇਖਿਆ ਕਿ ਕੋਰਟ ਕੇਸ ਦਾ ਜਿਹੜਾ ਹੱਲ ਹੈ ਉਹ 10 ਮਹੀਨਿਆਂ ਮਗਰੋਂ, 11 ਮਹੀਨੇ ਮਗਰੋਂ ਹੱਲ ਆਇਆ।
ਤਾਂ ਬੈਟਰ ਹੈ ਕਿ ਕੋਰਟ ਕੇਸ ਦੇ ਵਿੱਚ ਜਿਸ ਕਿਸੇ ਨੂੰ ਕੁਛ ਹੱਲ ਨਹੀਂ ਮਿਲਣਾ, ਉੱਥੇ ਆਪਣੇ ਪੈਸੇ, ਆਪਣਾ ਟਾਈਮ, ਆਪਣੇ ਐਫਰਟਸ ਖਰਾਬ ਕਰਨ ਨਾਲੋਂ ਕਿਉਂ ਨਾ ਆਪਾਂ ਬੀਐਡ ਯੂਨੀਅਨ ਦਾ ਸਾਥ ਦਈਏ, ਤਾਂ ਕਿ ਮਹੀਨੇ ਦੇ ਅੰਦਰ ਜਾਂ 15 ਦਿਨਾਂ ਦੇ ਅੰਦਰ ਅੰਦਰ ਜੇ ਵੱਧ ਤੋਂ ਵੱਧ ਸਾਥ ਦਓਗੇ, ਵੱਧ ਤੋਂ ਵੱਧ ਇਕੱਠ ਕਰੋਗੇ, ਤਾਂ ਦਿਨਾਂ ਦੇ ਵਿੱਚ ਉਹਨਾਂ ਦੀਆਂ ਪੋਸਟਾਂ ਜਿਹੜੀਆਂ ਉਹ ਆਊਟ ਹੋ ਜਾਣਗੀਆਂ, ਕਿਉਂਕਿ ਚੋਣ ਜ਼ਾਬਤਾ ਅੱਗੇ ਲੱਗਣ ਵਾਲਾ ਤਾਂ ਪੋਸਟਾਂ ਜਲਦੀ ਹੀ ਆਊਟ ਕਰਨੀਆਂ ਹੀ ਪੈਣਗੀਆਂ। ਬੈਟਰ ਇਹ ਹੈ ਕਿ ਆਪਾਂ ਉੱਥੇ ਸਾਥ ਦਈਏ ਜਿੱਥੇ ਛੇਤੀ ਤੋਂ ਛੇਤੀ ਔਰ ਜ਼ਰੂਰ ਸਾਨੂੰ ਹੱਲ ਮਿਲੇ। ਸੋ ਮੇਰਾ ਤਾਂ ਕਹਿਣਾ ਪਰਸਨਲ ਓਪੀਨੀਅਨ ਇਹੀ ਹੈ ਜੀ ਕਿ ਬੀਐਡ ਵਾਲੇ ਕੈਂਡੀਡੇਟਸ ਨੂੰ ਆਪਣੀ ਯੂਨੀਅਨ ਦਾ ਸਾਥ ਦੇਣਾ ਚਾਹੀਦਾ ਹੈ। ਜੋ ਸਾਥੀ ਉੱਪਰ ਬੈਠਾ ਹੈ, ਸਭ ਲਈ ਸੰਘਰਸ਼ ਕਰ ਰਿਹਾ, ਉਹਦਾ ਸਾਥ ਦਿਓ, ਤਾਂ ਕਿ ਵੱਧ ਤੋਂ ਵੱਧ ਬੀਐਡ ਦੀਆਂ ਪੋਸਟਾਂ ਜਲਦੀ ਤੋਂ ਜਲਦੀ ਆਊਟ ਹੋਣ ਤੇ ਸਾਰੇ ਬੀਐਡ ਵਾਲੇ ਕੈਂਡੀਡੇਟਸ ਬੀਐਡ ਦੀਆਂ ਪੋਸਟਾਂ ਦੇ ਵਿੱਚ ਲੱਗ ਸਕਣ, ਤੇ ਈਟੀਟੀ ਦੀ ਭਰਤੀਆਂ ਵੀ ਜਿਹੜੀਆਂ ਲਟਕਦੀਆਂ ਭਰਤੀਆਂ ਨੇ ਉਹ ਜਲਦੀ ਤੋਂ ਜਲਦੀ ਪੂਰੀਆਂ ਹੋ ਸਕਣ। ਕਿ ਤੁਹਾਡੇ ਕਿਵੇਂ ਵਿਚਾਰ ਨੇ ਇਸ ਨੂੰ ਲੈ ਕੇ, ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਸਕਦੇ ਹੋ। ਲਿਖੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਇਹ ਹੋਣਾ ਚਾਹੀਦਾ ਹੈ, ਕਿ ਬੀਐਡ ਵਾਲਿਆਂ ਨੂੰ ਕੇਸ ਹੀ ਲਗਾਉਣਾ ਚਾਹੀਦਾ ਹੈ ਜਾਂ ਫਿਰ ਬੀਐਡ ਵਾਲਿਆਂ ਨੂੰ ਆਪਣੀਆਂ ਪੋਸਟਾਂ ਦੇ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਤੇ 2334 ਤੇ 6635 ਦੀ ਪੋਸਟਾਂ ਜਿਹੜੀਆਂ ਉਹ ਸਿਰਫ ਆਪਸੀ ਖੁੰਦਕ ਜਾਂ ਲੜਾਈ ਦੇ ਕਰਕੇ ਜਿਹੜੀਆਂ ਉਹ ਖਰਾਬ ਨਾ ਕੀਤੀਆਂ ਜਾਣ ਤੇ ਉਹ ਭਰਤੀਆਂ ਨੂੰ ਪੂਰਾ ਹੋਣ ਦਿੱਤਾ ਜਾਵੇ। ਬਾਕੀ ਇਹ ਸੀਗਾ ਜੀ ਕੇਸ ਦਾ ਸਿਨੈਰੀਓ। ਕਾਫੀ ਟਾਈਮ ਤੋਂ ਕਮੈਂਟਸ ਆ ਰਹੇ ਸੀਗੇ ਕਿ ਮੈਮ ਇਸ ਕੇਸ ਨੂੰ ਸਮਝਾਓ ਕਿ ਨਵਾਂ ਕੇਸ ਲੱਗ ਗਿਆ, ਕਿ ਕੀ ਹੋ ਰਿਹਾ। ਸੋ ਨਵਾਂ ਨਹੀਂ ਹੈ, ਪੁਰਾਣਾ ਕੇਸ ਹੈ, ਉਸ ਨੂੰ ਹੀ ਦੁਬਾਰਾ ਉਠਾ ਲਿੱਤਾ ਗਿਆ, ਉਸ 'ਚ ਪੁਆਇੰਟਸ ਨੂੰ ਦੁਬਾਰਾ ਉਠਾ ਲਿੱਤਾ ਗਿਆ। ਕਿਉਂਕਿ 6635 ਦੇ ਵਿੱਚ ਬੀਐਡ ਕੈਂਡੀਡੇਟਸ ਨੇ ਦੁਬਾਰਾ ਕੇਸ ਕਰ ਦਿੱਤਾ, ਤਾਂ ਫਿਰ 6635 ਵਾਲੇ ਜਿਹੜੇ ਈਟੀਟੀ ਦੇ ਆ ਉਹ ਕਹਿੰਦੇ ਫਿਰ 2364 ਦੇ ਵਿੱਚ ਵੀ ਨਿਰੋਲ ਈਟੀਟੀ ਹੀ ਰੱਖੀ ਜਾਏਗੀ, ਉਹਨੂੰ ਵੀ ਫਿਰ ਬਿਨਾਂ ਨਿਰੋਲ ਈਟੀਟੀ ਪੂਰਾ ਨਹੀਂ ਹੋਣ ਦਿੱਤਾ ਜਾਏਗਾ। ਸੋ ਇਹ ਸਾਰੀ ਗੱਲ ਚੱਲ ਰਹੀ ਹੈ ਜੀ। ਬੈਟਰ ਇਹੀ ਹੈ ਕਿ ਆਪਣੇ ਆਪਣੇ ਕਾਡਰ ਦੇ ਵਿੱਚ ਅਗਰ ਆਪਾਂ ਸੰਘਰਸ਼ ਕਰੀਏ ਤਾਂ ਦਿਨਾਂ ਦੇ ਵਿੱਚ ਹੱਲ ਮਿਲ ਜਾਣਗੇ, ਨਹੀਂ ਫਿਰ ਕੋਰਟ ਕੇਸ ਹੈ ਜੀ ਮਹੀਨੇ ਮਹੀਨੇ ਲਟਕਦੇ ਰਹਿੰਦੇ ਆ, ਚੱਲਦੇ ਰਹਿੰਦੇ ਆ। ਠੀਕ ਹੈ ਜੀ, ਸਾਰਾ ਇਨਫੋਰਮੇਸ਼ਨ ਆਈ ਹੋਪ ਇਨਫੋਰਮੇਸ਼ਨ ਥੋੜੀ ਯੂਜ਼ਫੁਲ ਹੋਏਗੀ, ਕਲੀਅਰ ਕੱਟ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਗਈ ਹੋਏਗੀ। ਸੋ ਇਹ ਸੀਗੀ ਇਨਫੋਰਮੇਸ਼ਨ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਲੀਅਰ ਕੱਟ ਇਨਫੋਰਮੇਸ਼ਨ ਸਭ ਤੱਕ ਪਹੁੰਚ ਸਕੇ। ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਈ ਵਾਰ ਤੁਹਾਡਾ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲਿਆ ਕਰੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।